ਤਾਂ ਨੰਗਲ ਸਾਹਿਬ ਤੁਸੀਂ ਲੰਮਾ ਸਮਾਂ ਹੈ ਨਾ ਐਸਜੀਪੀਸੀ ਦੇ ਵਿੱਚ ਵੀ ਹੈ ਨਾ ਰਹੇ ਹੋ, 2 ਵਾਰ ਤੁਸੀਂ ਮੈਂਬਰ ਰਹੇ ਹੋ, ਤਾਂ ਦੋਸ਼ ਲਾਇਆ ਜਾਂਦਾ ਕਿ ਐਸਜੀਪੀਸੀ ਉੱਤੇ ਇੱਕ ਪਰਿਵਾਰ ਦਾ ਜਿਹੜਾ ਆ ਕਬਜ਼ਾ ਆ। ਤੁਸੀਂ ਕੀ ਅਨੁਭਵ ਕੀਤਾ ਇਹਨਾਂ ਸਮੇਂ ਦੌਰਾਨ? ਆਪਣੀ ਪੰਥਕ ਸਰਕਾਰ ਹੋਵੇ, 1 ਜੂਨ ਦਾ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ ਹੋਵੇ, ਕਿੱਡੀ ਸ਼ਰਮ ਵਾਲੀ ਗੱਲ ਹੈ। ਤੇ ਅੱਜ ਆਪਾਂ ਨੂੰ ਚੈਲੰਜ ਕਰਕੇ ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਬਹੁਤ ਮਾੜੀ ਗੱਲ ਹੈ। 2015 ਦੇ ਵਿੱਚ ਹੈ ਨਾ ਫਰੀਦਕੋਟ ਦੇ ਇੱਕ ਪਿੰਡ ਬੁਰਜ ਜਵਾਹਰ ਵਾਲਾ ਤੋਂ ਹੈ ਨਾ ਪਹਿਲੀ ਘਟਨਾ ਸਾਹਮਣੇ ਆਈ ਸੀ, ਜਦੋਂ ਗੁਰੂ ਸਾਹਿਬ ਦਾ ਸਰੂਪ ਜਿਹੜਾ ਆ ਜੂਨ ਦੇ ਵਿੱਚ ਚੋਰੀ ਹੋਇਆ ਸੀ, ਜੂਨ 2015 ਦੇ ਵਿੱਚ। ਤਾਂ ਉਦੋਂ ਸੁਖਬੀਰ ਸਿੰਘ ਬਾਦਲ ਜੀ ਗ੍ਰਹਿ ਮੰਤਰੀ ਸੀ, ਉਦੋਂ ਉਹਨਾਂ ਨੇ ਇੰਨੀ ਦਿਲਚਸਪੀ ਨਹੀਂ ਦਿਖਾਈ ਉਸ ਮਾਮਲੇ ਨੂੰ ਲੈ ਕੇ। ਪਰ ਹੁਣ ਜਿਹੜਾ ਆ 267 ਸਰੂਪ ਜਿਹੜੇ ਗੁੰਮ ਹੋਏ ਆ, ਉਹਨਾਂ ਨੂੰ ਲੈ ਕੇ ਉਹ ਪਟਿਆਲੇ ਪ੍ਰਦਰਸ਼ਨ ਕਰ ਰਹੇ ਨੇ। ਉਦੋਂ ਦਿਲਚਸਪੀ ਕਿਉਂ ਨਹੀਂ ਦਿਖਾਈ? ਇਹਦੇ ਪਿੱਛੇ ਕੀ ਕਾਰਨ? ਪੰਥ ਦੋਖੀਆਂ ਨੇ ਬਰਗਾੜੀ ਪਿੰਡ ਦੇ ਵਿੱਚ ਕੰਧਾਂ ਦੇ ਉੱਤੇ ਇਸ਼ਤਿਹਾਰ ਲਾਤੇ ਸੀ, ਹੱਥ ਲੈ ਕੇ, ਤੁਹਾਡਾ ਗੁਰੂ ਸਾਡੇ ਕੋਲ ਕੈਦ ਹੈ, ਜੇ ਤੁਹਾਡੇ 'ਚ ਹਿੰਮਤ ਆ ਤਾਂ ਛਡਾਓ। ਜ਼ਿੰਦਾਬਾਦ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੈਂ ਸਿਮਰਨਜੀਤ ਸਿੰਘ ਸਿਮਰਾ ਜੀ ਆਇਆਂ ਆਖਦਾ। ਪਿਛਲੇ ਲੰਮੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚੋਂ ਅਨੇਕਾਂ ਹੀ ਟਕਸਾਲੀ ਅਕਾਲੀ ਆਗੂ ਰੁਖਸਤ ਹੋ ਗਏ। ਉਹਨਾਂ ਵਿੱਚੋਂ ਇੱਕ ਸੀਗੇ ਮੱਖਣ ਸਿੰਘ ਨੰਗਲ ਜੀ, ਜਿਹੜੇ 2 ਵਾਰ ਐਸਜੀਪੀਸੀ ਮੈਂਬਰ ਰਹਿ ਚੁੱਕੇ ਨੇ। 1972 ਤੋਂ ਲੈ ਕੇ ਉਹਨਾਂ ਨੇ ਸਰਦਾਰ ਗੁਰਦੇਵ ਸਿੰਘ ਜੀ ਬਾਦਲ ਸਾਬਕਾ ਖੇਤੀਬਾੜੀ ਮੰਤਰੀ ਨਾਲ ਲੰਮਾ ਸਮਾਂ ਕੰਮ ਕੀਤਾ। ਇੱਕ ਸਮਾਂ ਇਹ ਵੀ ਸੀ ਜਦੋਂ ਸੁਰਜੀਤ ਬਰਨਾਲਾ ਜੀ ਦੀ ਸਰਕਾਰ ਦੌਰਾਨ ਪ੍ਰਕਾਸ਼ ਸਿੰਘ ਬਾਦਲ ਜੀ ਨਾਲ ਸਿਰਫ 5 ਐਮਐਲਏ ਰਹਿ ਗਏ ਸੀ। ਉਸ ਸਮੇਂ ਵੀ ਇਹਨਾਂ ਨੇ ਪਾਰਟੀ ਦਾ ਸਾਥ ਨਿਭਾਇਆ, ਬਾਦਲ ਸਾਹਿਬ ਦੇ ਨਾਲ ਰਹੇ ਨੇ, ਉਹਨਾਂ ਦੇ ਨਜ਼ਦੀਕੀ ਰਹੇ ਨੇ। ਪਰ 2015 ਦੇ ਵਿੱਚ ਬੇਅਦਬੀ ਤੋਂ ਬਾਅਦ ਇਹਨਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਪਾਰਟੀ ਨੂੰ ਛੱਡ ਦਿੱਤਾ ਸੀ। ਅੱਜ ਇਹ ਟਕਸਾਲੀ ਅਕਾਲੀ ਬ੍ਰਹਮਪੁਰਾ ਜੀ ਦੇ ਨਾਲ ਨੇ। ਤਾਂ ਮੱਖਣ ਸਿੰਘ ਨੰਗਲ ਜੀ, ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਜ਼ਿੰਦਾਬਾਦ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਤੁਸੀਂ ਇੱਥੇ ਆ ਕੇ ਅੱਜ ਮਾਣ ਬਖਸ਼ਿਆ ਅਤੇ ਸੰਗਤਾਂ ਦੇ ਨਾਲ ਵਿਚਾਰ ਜੋ ਆਪਾਂ ਸਾਂਝੇ ਕਰਨੇ ਆ ਉਹਦਾ ਮੌਕਾ ਦਿੱਤਾ। ਤਾਂ ਨੰਗਲ ਸਾਹਿਬ, ਮੇਰਾ ਪਹਿਲਾ ਸਵਾਲ ਆ ਕਿ ਕੀ ਕਾਰਨ ਬਣੇ ਤੁਸੀਂ ਆਪਣੀ ਜਿਹੜੀ ਆ ਮਾਂ ਪਾਰਟੀ ਨੂੰ ਛੱਡ ਦਿੱਤਾ? ਇੱਕ ਸਮਾਂ ਸੀ ਜਦੋਂ ਹੈ ਨਾ ਬਾਦਲ ਸਾਹਿਬ ਦੇ ਨਾਲ ਸਿਰਫ 5 ਐਮਐਲਏ ਰਹਿ ਗਏ ਸੀ, ਤੁਸੀਂ ਉਦੋਂ ਵੀ ਹੈ ਨਾ ਉਹਨਾਂ ਦੇ ਨਾਲ ਰਹੇ। ਪਰ ਹੁਣ ਕੀ ਕਾਰਨ ਬਣੇ ਜਿਹੜਾ ਆ ਤੁਸੀਂ ਪਾਰਟੀ ਨੂੰ ਛੱਡ ਦਿੱਤਾ? ਮੈਂ ਕਿਉਂਕਿ ਇੱਕ ਟਕਸਾਲੀ ਪਰਿਵਾਰ ਦਾ ਮੈਂਬਰ ਹੋਣ ਕਰਕੇ ਮੁੱਢ ਤੋਂ ਹੀ ਮੈਂ, ਸਾਡੀ ਤੀਜੀ ਪੀੜ੍ਹੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਔਰ ਪੰਥ ਨਾਲ ਜੁੜੀ ਸੀ। ਮੈਂ 1972 ਤੋਂ ਸਰਦਾਰ ਗੁਰਦੇਵ ਸਿੰਘ ਬਾਦਲ ਦੀ ਉਂਗਲ ਫੜ ਕੇ ਅਤੇ ਉਹਨਾਂ ਦੇ ਅੰਤਮ ਸਵਾਸਾਂ ਤੱਕ ਉਹਨਾਂ ਦੇ ਨਾਲ ਰਿਹਾ। ਔਰ ਜਿਹੜੀ ਪਾਰਟੀ ਛੱਡਣ ਦਾ ਮੁੱਖ ਕਾਰਨ ਇਹ ਹੋਇਆ ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ 1920 'ਚ ਬਣਿਆ ਸੀ, ਇਹ ਸਾਡਾ ਜਿਹੜਾ ਧਰਮ ਅਤੇ ਸਿਆਸਤ ਇਕੱਠੇ ਹੈ। ਉਦੋਂ ਜਿਹੜਾ ਇਹਦਾ ਵਿਧਾਨ ਬਣਿਆ ਸੀ, ਉਹਦੇ ਵਿੱਚ ਇੱਕ ਇਹ ਵੀ ਸੀ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਅਹੁਦੇਦਾਰ ਬਣੂ, ਭਾਵੇਂ ਸਰਕਲ ਪ੍ਰਧਾਨ ਹੈ, ਭਾਵੇਂ ਉਹ ਜ਼ਿਲ੍ਹਾ ਪ੍ਰਧਾਨ ਬਣਨਾ, ਭਾਵੇਂ ਹੋਰ ਅਹੁਦੇਦਾਰ, ਉਹ ਪੂਰਨ ਗੁਰਸਿੱਖ, ਕੇਸਾਧਾਰੀ ਅਤੇ ਇੱਥੋਂ ਤੱਕ ਵੀ ਪ੍ਰਧਾਨ ਬਣਨ ਲਈ ਅੰਮ੍ਰਿਤਧਾਰੀ ਹੋਊਗਾ। ਇਸ ਵਾਸਤੇ ਜਿਹੜਾ ਮੁੱਢ ਤੋਂ ਚੱਲਦਾ ਰਿਹਾ, ਮੈਂ ਆਪ 1972 ਤੋਂ ਦੇਖਿਆ ਹੈ ਕਿ ਜਦੋਂ ਅਸੀਂ ਕੋਈ ਮੀਟਿੰਗ ਕਰਦੇ ਸੀ, ਜੇ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਕਰਦੇ ਸੀ ਤਾਂ ਅਰਦਾਸ ਕਰਕੇ ਔਰ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪਵਿੱਤਰ ਹੁਕਮਨਾਮਾ ਲੈ ਕੇ ਮੀਟਿੰਗ ਸ਼ੁਰੂ ਕਰਦੇ ਸੀ। ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਨਹੀਂ ਹੁੰਦੇ ਸੀ, ਅਸੀਂ ਵੈਸੇ ਵੀ ਮੀਟਿੰਗ ਕਰਦੇ ਸੀ, ਤਾਂ ਮੈਨੂੰ ਪਤਾ ਹੈ ਕਿ ਅਰਦਾਸ ਕਰਕੇ ਅਤੇ ਸਤਿਗੁਰਾਂ ਤੋਂ ਓਟ ਅਤੇ ਆਸਰਾ ਲੈ ਕੇ ਕਿ ਅਸੀਂ ਮੀਟਿੰਗ ਕਰਨ ਲੱਗੇ ਹਾਂ, ਸਿਰ 'ਤੇ ਹੱਥ ਰੱਖੀ। ਇਸ ਵਾਸਤੇ ਜਿਹੜੀ ਮੇਰੀ ਆਸਥਾ, ਮੇਰਾ ਮਾਣਾ ਮੁੱਢ ਤੋਂ ਹੀ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ। ਮੈਂ ਬਹੁਤ ਸਾਰੇ ਅਹੁਦਿਆਂ 'ਤੇ ਵੀ ਰਿਹਾ, ਉਹ ਵੀ ਆਪਾਂ ਬਾਅਦ ਦੇ ਵਿੱਚ ਵਿਸਤਾਰ ਸਹਿਤ ਡਿਸਕਸ ਕਰਾਂਗੇ। ਪਰ ਜਿਹੜਾ ਪਾਰਟੀ ਨੂੰ ਛੱਡਣ ਦਾ ਇਹ ਹੋ ਗਿਆ ਕਿ 2007 ਤੋਂ ਬਾਅਦ ਜਦੋਂ ਸੁਖਬੀਰ ਸਿੰਘ ਬਾਦਲ ਨੇ ਕਮਾਂਡ ਸਾਂਭ ਲਈ, ਉਸ ਤੋਂ ਬਾਅਦ ਜਿਹੜੇ ਪੁਰਾਣੇ ਅਤੇ ਟਕਸਾਲੀ ਭਲਾ ਉਹ ਸਾਡੇ ਸੀਨੀਅਰ ਲੀਡਰ ਸੀਗੇ, ਜਿਸ ਤਰ੍ਹਾਂ ਸਰਦਾਰ ਰਣਜੀਤ ਸਿੰਘ ਬਰਹਮਪੁਰਾ ਹੋ ਗਿਆ, ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋ ਗਿਆ ਔਰ ਕੈਪਟਨ ਕਮਲਜੀਤ ਸਿੰਘ ਸਵਰਗਵਾਸੀ ਨੇ,
ਇਸ ਤਰ੍ਹਾਂ ਹੋਰ ਵੀ ਸਾ ਗੁਰਦੇਵ ਸਿੰਘ ਬਾਦਲ ਹੈ, ਬਹੁਤ ਸਾਰੇ ਜਿਹੜੇ ਸੀਨੀਅਰ ਲੀਡਰ ਨੇ, ਇਹਨਾਂ ਤੋਂ ਵੀ ਇਹ ਪਿੱਛੇ ਹਟ ਕੇ ਆਪਣੀ ਮਨਮਰਜ਼ੀਆਂ ਸੁਖਬੀਰ ਸਿੰਘ ਬਾਦਲ ਨੇ ਔਰ ਬਿਕਰਮ ਸਿੰਘ ਮਜੀਠੀਏ ਨੇ ਸ਼ੁਰੂ ਕਰਤੀਆਂ। ਅਤੇ ਜਿਹੜੇ ਟਕਸਾਲੀ ਬੰਦੇ ਸੀ, ਜਿਨ੍ਹਾਂ ਦਾ ਪੰਥ ਨਾਲ ਆਸਥਾ ਜੁੜੀ ਸੀ, ਉਹਨਾਂ ਨੂੰ ਛੱਡ ਕੇ ਇਹਨਾਂ ਨੇ ਦਲ ਬਦਲੂ ਅਤੇ ਗਦਾਰ ਅਤੇ ਜਿਹੜੇ ਸੀਗੇ ਗਦਾਰੀਆਂ ਕਰਕੇ ਪਾਰਟੀਆਂ 'ਚੋਂ ਹੋਰ ਲਿਆ ਕੇ ਨਾ, ਜਿਨ੍ਹਾਂ ਨੂੰ ਪਾਰਟੀ ਬਾਰੇ ਪਤਾ ਵੀ ਨਹੀਂ ਸੀ। ਅਤੇ ਸਾਡਾ ਜਿਹੜਾ ਵਿਧੀ ਵਿਧਾਨ ਬਣਿਆ ਸੀ 1920 ਅਕਾਲੀ ਦਲ ਦਾ, ਉਹ ਬਿਲਕੁਲ ਭੁੱਲ ਕੇ ਅਤੇ ਇਹਨੂੰ ਇੱਕ ਬਿਜ਼ਨਸ ਅਕਾਲੀ ਦਲ ਬਣਾ ਲਿਆ ਕਿ ਇੱਥੇ ਪੈਸੇ ਦੀ ਗੱਲ ਰਹਿ ਗਈ। ਅਤੇ ਇੱਥੇ ਜਿਹੜੇ ਨਵੇਂ ਆਏ, ਜਿਹੜੇ ਸਿਧਾਂਤਕ ਤੌਰ 'ਤੇ ਜਦੋਂ ਪੰਥ ਨਾਲ ਜੁੜੇ ਸੀ, ਗੁਰੂ ਨਾਲ ਜੁੜੇ, ਉਹਨੂੰ ਛੱਡਤੇ। ਪਰ ਮੈਂ ਜੋ ਪਹਿਲੀ ਜੂਨ 2015 ਨੂੰ ਪਵਿੱਤਰ ਗੁਰੂ ਗ੍ਰੰਥ ਸਾਹਿਬ ਦਾ ਜੋ ਸਰੂਪ ਹੈ ਬੁਰਜ ਜਵਾਹਰ ਸਿੰਘ ਵਾਲਾ ਆਪਣੇ ਜ਼ਿਲ੍ਹੇ ਫਰੀਦਕੋਟ 'ਚੋਂ ਚੋਰੀ ਹੋਇਆ ਸੀ, ਉਸ ਤੋਂ ਬਾਅਦ ਅਸੀਂ ਹਮੇਸ਼ਾ ਇਹਦੇ ਨਾਲ ਜੁੜੇ ਰਹਿੰਦੇ ਸੀ ਕਿ ਇਹ ਭਾਲਿਆ ਜਾਵੇ। ਪਰ ਮੈਨੂੰ ਬੜਾ ਦੁੱਖ ਹੋਇਆ ਕਿ 12 ਅਕਤੂਬਰ ਦਿਨ ਸੋਮਵਾਰ ਮੱਸਿਆ ਦਾ ਦਿਨ ਸੀ, ਅਤੇ ਮੈਂ ਇਸ਼ਨਾਨ ਕਰਕੇ ਸ੍ਰੀ ਹਰਿਮੰਦਰ ਸਾਹਿਬ 'ਚ ਜਦੋਂ ਆਇਆ ਅਤੇ ਮੈਨੂੰ 11:30 ਦੇ ਕਰੀਬ ਇਹ ਸੂਚਨਾ ਮਿਲੀ, ਕਿਉਂਕਿ 10-15 ਦਿਨ ਪਹਿਲਾਂ ਪੰਥ ਦੋਖੀਆਂ ਨੇ ਬਰਗਾੜੀ ਪਿੰਡ ਦੇ ਵਿੱਚ ਕੰਧਾਂ ਦੇ ਉੱਤੇ ਇਸ਼ਤਿਹਾਰ ਲਾਤੇ ਸੀ, ਹੱਥ ਲਿਖਤ ਕੇ ਤੁਹਾਡਾ ਗੁਰੂ ਸਾਡੇ ਕੋਲ ਕੈਦ ਹੈ, ਜੇ ਤੁਹਾਡੇ 'ਚ ਹਿੰਮਤ ਆ ਤਾਂ ਛਡਾ ਲਓ। ਪਰ ਉਹ ਗੱਲ ਸੀ ਜਿਹੜੀ, ਉਹ ਬਿੱਲੀ ਸੀ ਜਿਹੜੀ ਥੈਲੋਂ ਬਾਹਰ ਆ ਗਈ। ਮੈਂ ਵੀ ਤੁਰੰਤ ਉੱਥੇ ਆਪਣੇ ਸਾਥੀਆਂ ਦੇ ਨਾਲ ਪਹੁੰਚਿਆ। ਜਦੋਂ ਮੈਂ ਉੱਥੇ ਪਹੁੰਚਿਆ ਤਾਂ ਮੈਂ ਪਹਿਲਾਂ ਵੀ ਵੇਰਵੇ ਸਹਿਤ ਬਹੁਤ ਵਾਰੀ ਇਹ ਸਪਸ਼ਟੀਕਰਨ ਦਿੱਤਾ ਹੈ ਕਿ ਉਸ ਟਾਈਮ 'ਤੇ ਮੈਨੂੰ ਪਤਾ ਲੱਗਿਆ, ਮੈਂ ਇੱਕ ਘਰ ਦੇ ਵਿੱਚ ਬੈਠਾ ਜਿੱਥੇ ਮੈਂ ਸਾਰੀ ਜਾਣਕਾਰੀ ਪ੍ਰਾਪਤ ਕੀਤੀ, ਕਿ ਜਦੋਂ ਮੈਂ ਉੱਥੇ 12:15 ਵਜੇ ਪਹੁੰਚਿਆ ਅਤੇ ਮੈਨੂੰ ਇਹ ਪਤਾ ਲੱਗਿਆ ਕਿ ਉੱਥੇ 200-250 ਜੋ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ, ਜਿਹਦੇ ਨੇੜੇ ਰੂੜੀਆਂ ਅਤੇ ਗਲੀਆਂ 'ਚ ਪਵਿੱਤਰ ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਰੇ ਸੀ, ਔਰ ਉੱਥੇ ਪੰਥ ਪ੍ਰੀਤ ਸਿੰਘ ਖਾਲਸਾ ਜੀ ਵੀ ਹਾਜ਼ਰ ਸੀ। ਮੈਂ ਸੋਚਿਆ ਵੀ ਆਪਾਂ ਉੱਥੇ ਚੱਲੀਏ ਅਤੇ ਆਪਾਂ ਕੋਸ਼ਿਸ਼ ਕਰੀਏ ਕਿ ਕੋਈ ਕੈਮਰੇ ਲੱਗੇ ਹੋਣਗੇ, ਕਿਸੇ ਦੇ ਬਾਰ 'ਚ ਹੋਊ, ਕਿਸੇ ਦੀ ਹੱਟੀ 'ਚ ਲੱਗਿਆ ਹੁੰਦਾ, ਕਿਸੇ ਵੀ, ਆਪਾਂ ਉਹ ਦੋਸ਼ੀ ਫੜਨ ਵਾਲੇ ਪਾਸੇ ਚੱਲੀਏ, ਕਿਉਂਕਿ ਉਸ ਟਾਈਮ 'ਤੇ ਮਨ 'ਤੇ ਬਹੁਤ ਵੱਡਾ ਬੋਝ ਸੀ ਗਿਆ। ਅਤੇ ਇਹੀ ਸੀ ਕਿ ਸਾਡੀ ਪੰਥਕ ਸਰਕਾਰ ਹੋਵੇ। 3.5-4 ਮਹੀਨੇ ਹੋ ਗਏ, ਗੁਰੂ ਗ੍ਰੰਥ ਸਾਹਿਬ ਅਜੇ ਤੱਕ ਨਹੀਂ ਲੱਭਿਆ। ਬਹੁਤ ਮਾੜੀ ਗੱਲ ਹੈ। ਪੰਥ ਦੋਖੀਆਂ ਨੇ ਬਰਗਾੜੀ ਪਿੰਡ ਦੇ ਵਿੱਚ ਕੰਧਾਂ ਦੇ ਉੱਤੇ ਇਸ਼ਤਿਹਾਰ ਲਾਤੇ ਸੀ, ਹੱਥ ਲਿਖਤ ਕੇ ਤੁਹਾਡਾ ਗੁਰੂ ਸਾਡੇ ਕੋਲ ਕੈਦ ਹੈ, ਜੇ ਤੁਹਾਡੇ 'ਚ ਹਿੰਮਤ ਆ ਤਾਂ ਛਡਾ ਲਓ। ਉੱਥੇ ਮੋਹਨ ਸਿੰਘ ਬੰਗੀ ਐਗਜ਼ੈਕਟਿਵ ਮੈਂਬਰ ਸੀ, ਉੱਥੇ ਸੁਖਦੇਵ ਸਿੰਘ ਬਾਠ ਸੀ, ਮਨਤਾਰ ਸਿੰਘ ਬਰਾੜ ਸੀ, ਬੀਬੀ ਗੁਰਵਿੰਦਰ ਕੌਰ ਭੋਲੂ ਵਾਲਾ ਮੈਂਬਰ SGPC, ਮੈਂ ਵੀ ਚਲਾ ਗਿਆ। ਉੱਥੇ ਪ੍ਰਕਾਸ਼ ਸਿੰਘ ਭੱਟੀ, ਹੋਰ ਵੀ ਲੋਕ ਬੈਠੇ ਸੀ। ਅਤੇ ਉਹ ਮੁੰਡਿਆਂ ਦੇ ਨਾਲ ਜਦੋਂ ਮੈਂ ਗਿਆ, ਜਾ ਕੇ ਮੈਂ ਇਹ ਗੱਲ ਸਾਰੀ ਜੋ ਮੈਨੂੰ ਪਤਾ ਲੱਗ ਹੀ ਚੁੱਕਿਆ ਸੀ ਪਹਿਲਾਂ, ਪਰ ਮੈਂ ਮੱਕੜ ਸਾਹਿਬ ਨੂੰ ਜਾ ਕੇ ਇਹ ਸਾਰਾ ਜਦੋਂ ਫਤਿਹ ਬੁਲਾਈ, ਮੈਂ ਉਹਨਾਂ ਕੋਲੇ ਵੀ ਦੁਖੀ ਹਿਰਦੇ ਨਾਲ ਮੈਨੂੰ ਇਹ ਗੱਲ ਕਹਿਣੀ ਪਈ ਵੀ ਮੱਕੜ ਸਾਹਿਬ, ਆਪਣੀ ਪੰਥਕ ਸਰਕਾਰ ਹੋਵੇ, 1 ਜੂਨ ਦਾ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ ਹੋਵੇ, ਕਿੱਡੀ ਸ਼ਰਮ ਵਾਲੀ ਗੱਲ ਹੈ। ਅਤੇ ਅੱਜ ਆਪਾਂ ਨੂੰ ਚੈਲੰਜ ਕਰਕੇ ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਇਹ ਬਹੁਤ ਮਾੜੀ ਗੱਲ ਹੈ। ਅਤੇ ਹੁਣ ਆਓ ਆਪਾਂ ਉੱਥੇ ਚੱਲੀਏ ਗੁਰਦੁਆਰਾ ਸਾਹਿਬ, ਸੰਗਤਾਂ ਨਾਲ ਵਿਚਾਰ ਕਰਕੇ ਆਪਾਂ ਦੋਸ਼ੀ ਫੜਨ ਵਾਲੇ ਪਾਸੇ ਚੱਲੀਏ, ਕੋਈ ਕੈਮਰੇ ਢੰਡੋਲਾਂਗੇ, ਕੋਈ ਹੋਰ। ਪਰ ਬੜੇ ਦੁੱਖ ਦੀ ਗੱਲ ਹੈ ਕਿ ਉੱਥੇ ਕੋਈ ਸੱਜਣਾ ਨੇ ਇਹਨਾਂ ਨੂੰ ਉੱਠਣ ਨਹੀਂ ਦਿੱਤਾ, ਕਹਿੰਦੇ ਬਾਠ ਸਾਹਿਬ ਨੂੰ ਧੱਕੇ ਵੱਜੇ। ਮੇਰੇ ਜਾਣ ਤੋਂ ਪਹਿਲਾਂ ਕੋਈ ਇਹ ਘਟਨਾ ਵਾਪਰ ਗਈ ਸੀ ਕਿ ਸਾਡੇ ਉਸ ਹਲਕੇ ਦੇ ਸਵਰਗਵਾਸੀ ਸੁਖਦੇਵ ਸਿੰਘ ਬਾਠ ਅਤੇ ਮੋਹਨ ਸਿੰਘ ਬੰਗੀ ਜਦੋਂ ਗਏ, ਉੱਥੇ ਬਾਠ ਸਾਹਿਬ ਦੇ ਨਾਲ ਕੋਈ ਤੂੰ ਮੈਂ ਨੌਜਵਾਨਾਂ ਦੀ ਹੋ ਗਈ ਸੀ, ਪਰ ਉਹਨਾਂ ਨੇ ਰਿਸਪੌਂਸ ਨਾ ਦਿੱਤਾ। ਉਸ ਤੋਂ ਬਾਅਦ ਮੈਂ ਅਤੇ ਗੁਰਵਿੰਦਰ ਕੌਰ ਭੋਲੂ ਵਾਲਾ ਮੈਂਬਰ SGPC, ਇੱਕ ਸਾਡੇ ਜ਼ਿਲ੍ਹਾ ਪ੍ਰਧਾਨ ਸੀ ਬੀਬੀ ਆਪਣਾ ਤਰਸੇਮ ਕੌਰ, ਔਰ ਇੱਕ ਸੁਖਵਿੰਦਰ ਸਿੰਘ ਸੁੱਖਾ SC ਵਿੰਗ ਦਾ ਜ਼ਿਲ੍ਹਾ ਪ੍ਰਧਾਨ ਸੀ, ਔਰ ਮੇਰਾ ਭਤੀਜਾ, ਗੱਡੀ ਚਲਾ ਕੇ ਅਸੀਂ ਗੁਰਦੁਆਰਾ ਸਾਹਿਬ ਪਹੁੰਚੇ। ਪਰ ਸਾਡੇ ਜਾਂਦਿਆਂ ਨੂੰ ਉੱਥੋਂ ਸੰਗਤ ਆ ਜਿਹੜੀ ਰਵਾਨਾ ਹੋ ਚੁੱਕੀ ਸੀ, ਅਤੇ ਮੈਨੂੰ ਬੜਾ ਦੁੱਖ ਹੋਇਆ ਕਿ ਅਸੀਂ ਇਹ ਵੀ ਟਾਈਮ ਸਿਰ ਆ ਕੇ ਅਸੀਂ ਆਪਣਾ, ਕਿਉਂਕਿ ਅਸੀਂ 2 ਘੰਟੇ ਉੱਥੇ ਹੀ ਜਦਾਈ 'ਚ ਲੱਗੇ ਰਹੇ। ਮੈਂ ਕਹਿੰਦਾ ਜਾਣਾ ਚਾਹੀਦਾ, ਉਹ ਕਹਿੰਦੇ ਸੀ ਨਹੀਂ ਜੀ ਉੱਥੇ ਧੱਕੇ ਵੱਜੇ। ਮੈਂ ਕਿਹਾ ਫੇਰ ਕੀ, ਅਜੇ ਧੱਕੇ ਵੱਜੇ, ਅੱਜ ਸਾਡੇ ਗੁਰੂ ਦਾ ਮਸਲਾ, ਅਸੀਂ ਸਾਰੇ ਜ਼ਿੰਮੇਵਾਰ ਬੰਦੇ ਬੈਠੇ ਹਾਂ।
ਪਰ ਉਸ ਤੋਂ ਬਾਅਦ ਫਿਰ 4:30-5 ਦੇ ਕਰੀਬ ਮੈਂ ਫਿਰ ਇਹਨਾਂ ਨੂੰ ਆਖਿਆ ਵੀ ਤੁਸੀਂ ਇੱਥੇ ਆ ਜਾਓ ਹੁਣ। ਫਿਰ ਇਹ ਉੱਥੇ ਮੱਕੜ ਸਾਹਿਬ ਤੇ ਸਾਰੇ ਜੋ ਉਸ ਇਲਾਕੇ ਉਸ ਟਾਈਮ ਤੇ ਮਨਤਾਰ ਸਿੰਘ ਬਰਾੜ ਜੋ MLA ਵੀ ਸੀ, ਜ਼ਿਲ੍ਹਾ ਪ੍ਰਧਾਨ ਵੀ ਸੀ, ਮੈਂਬਰ ਸੀ ਸੰਸਦ ਸਕੱਤਰ, ਇਹ ਸਾਰੇ ਆਪਣੇ ਬੰਦੇ ਉੱਥੇ ਪਹੁੰਚੇ ਤੇ ਉੱਥੇ ਪੱਤਰਕਾਰਾਂ ਦੇ ਨਾਲ ਫਿਰ ਇਹ ਪ੍ਰੈਸ ਕਾਨਫਰੰਸ ਕਰਾਈ। ਪਰ ਮੇਰੇ ਮਨ ਤੇ ਉਸ ਦਿਨ ਤੋਂ ਹੀ ਇਹ ਸੀਗਾ ਕਿ ਅਸੀਂ ਅੱਜ ਆਪਣੀ ਜ਼ਿੰਮੇਵਾਰੀ, ਇੰਨੇ ਜ਼ਿੰਮੇਵਾਰ ਬੰਦਿਆਂ ਨੇ ਹੁੰਦੇ, ਸਾਡਾ SGPC ਦਾ ਪ੍ਰਧਾਨ ਬੈਠਾ ਹੋਵੇ, ਸਾਡਾ ਸੰਸਦੀ ਸਕੱਤਰ ਮੌਕੇ ਦਾ ਬੈਠਾ ਹੋਵੇ, ਅਸੀਂ 5-7 ਮੈਂਬਰ SGPC ਜਿਨ੍ਹਾਂ ਦੀ ਮੁੱਖ ਜ਼ਿੰਮੇਵਾਰੀ ਸੀ, ਔਰ ਇਹ ਆਖੇ ਨਹੀਂ ਲੱਗੇ। ਮੈਂ ਇਹ ਮਨ ਬਣਾ ਲਿਆ ਸੀ ਕਿ ਅੱਜ ਤੋਂ ਬਾਅਦ ਮੈਂ ਗੁਰੂ ਨੂੰ ਨਹੀਂ ਛੱਡ ਸਕਦਾ ਤੇ ਇਹ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਇਹਨਾਂ ਨੂੰ ਮੈਂ ਅਲਵਿਦਾ ਕਹਿ ਦੇਣੀ ਅੱਜ ਤੋਂ ਬਾਅਦ ਮੈਂ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਇਹ ਬਿਆਨ ਸੀਗਾ ਕਿ ਮੁੱਖ ਮੰਤਰੀ ਨੂੰ ਕੀੜੀ ਵੀ ਫਿਰਦੀ ਦਿਸਦੀ ਆ ਤੇ ਮੈਨੂੰ ਇਸ ਗੱਲ ਦਾ ਬੜਾ ਦੁੱਖ ਸੀ ਕਿ ਬਾਦਲ ਸਾਹਿਬ ਕੀ ਸਰਬ ਸ੍ਰਿਸ਼ਟੀ ਦਾ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜਿਹਦੇ ਵਿੱਚ 6 ਗੁਰੂਆਂ ਦੀ ਬਾਣੀ ਹੈ, 15 ਭਗਤਾਂ ਦੀ ਬਾਣੀ ਹੈ, 4 ਗੁਰਸਿੱਖਾਂ ਦੀ ਬਾਣੀ ਹੈ, ਭੱਟਾਂ ਦੀ ਬਾਣੀ ਹੈ, ਜਿੱਥੇ ਸਾਰਿਆਂ ਨੂੰ ਇਕੱਠੇ ਕਰਕੇ 5ਵੇਂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਸਾਰਿਆਂ ਨੂੰ ਇਹਨਾਂ ਨੂੰ ਇੱਕ ਥਾਂ ਕਰਕੇ ਤੇ ਲਿਖਿਆ ਹੈ ਸਤਿਗੁਰਾਂ ਦਾ ਕਿ ਸਭੇ ਸਾਂਝੀ ਵਾਲਸਦੈਨ ਕੋਏ ਨਾ ਦਿਸੇ ਬਾਹਰਾ ਜਿਉ। ਅੱਜ ਸਾਡਾ ਗੁਰੂ ਕੀੜੀ ਤੋਂ ਵੀ ਛੋਟਾ ਹੋ ਗਿਆ। ਮੇਰੇ ਮਨ ਤੇ ਬਹੁਤ ਵੱਡਾ ਇਹ ਬੋਝ ਸੀ ਤੇ ਮੈਂ ਉਸ ਦਿਨ ਹੀ ਸਾਇਲੈਂਸ ਹੋ ਕੇ ਤਕਰੀਬਨ ਘਰੇ ਹੀ ਬਹਿ ਗਿਆ ਸੀਗਾ। ਇਸ ਕਰਕੇ ਮੈਂ ਆਖਿਆ ਵੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਛੱਡ ਸਕਦਾ ਤੇ ਮੈਂ ਉਹਨਾਂ ਤੋਂ ਪਛਾਣ ਹੋ ਗਿਆ। ਜਦੋਂ ਜਸਟਿਸ, ਕਿਉਂਕਿ ਪਤਾ ਮੈਨੂੰ ਪਹਿਲਾਂ ਵੀ ਸਾਰਾ ਕੁਝ ਇਹ ਹੋਇਆ ਸੀ ਜੋ, ਪਰ ਜਸਟਿਸ ਸਿੰਘ ਦੀ ਜਦੋਂ ਰਿਪੋਰਟ ਆਈ ਤੇ ਮੈਂ ਫਿਰ 4/9/2018 ਨੂੰ ਮੈਂ ਆਖਿਆ ਵੀ ਜਿਹੜੀ ਸਾਨੂੰ ਪਤਾ ਲੱਗਿਆ ਸੀ ਉਹ ਅੱਜ 100% ਠੀਕ ਹੋ ਗਿਆ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਜੀ। ਤਾਂ ਤੁਸੀਂ ਕਿਹਾ ਕਿ ਹੈ ਨਾ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਆਈ ਆ ਹੈ ਨਾ ਕਾਂਗਰਸ ਸਰਕਾਰ ਦੇ ਨਾਲ, ਤੁਸੀਂ ਉਦੋਂ ਪਾਰਟੀ ਨੂੰ ਛੱਡਿਆ। ਤਾਂ ਅਕਾਲੀ ਦਲ ਦੇ ਜਿਹੜੇ ਹੈ ਨਾ ਹੋਰ ਵਰਕਰ ਨੇ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰ ਨੇ, ਉਹ ਇਹ ਦੋਸ਼ ਵੀ ਲਾਉਂਦੇ ਨੇ ਕਿ ਤੁਸੀਂ ਮਾਨ ਰਿਜ਼ੋਰਟ ਦੇ ਵਿੱਚ ਵੀ ਇਕੱਠ ਕੀਤਾ ਸੀ 2017 ਦੇ ਵਿੱਚ ਹੈ ਨਾ ਜਦੋਂ ਵਿਧਾਨ ਸਭਾ ਚੋਣਾਂ ਸੀ। ਤਾਂ ਯੂਥ ਆਗੂ ਵੀ ਤੁਹਾਡੇ ਬੇਟੇ ਰਹੇ ਨੇ ਪ੍ਰਤਾਪ ਸਿੰਘ ਨੰਗਲ, ਤਾਂ ਉਦੋਂ ਪ੍ਰਤਾਪ ਸਿੰਘ ਨੰਗਲ ਨੂੰ ਟਿਕਟ ਨਹੀਂ ਦਿੱਤੀ ਗਈ ਸੀ, ਤੁਸੀਂ ਦਾਅਵੇਦਾਰੀ ਵੀ ਕੀਤੀ ਸੀ ਟਿਕਟ ਲਈ, ਤਾਂ ਇਹ ਕਾਰਨ ਵੀ ਸੀਗਾ ਇੱਕ। ਇਹ ਬਿਲਕੁਲ ਗਲਤ ਆ। ਮੈਂ ਗਲਤਫਹਿਮੀ ਦੂਰ ਕਰ ਦਿਆਂ ਕਿ ਪ੍ਰਤਾਪ ਸਿੰਘ ਨੰਗਲ ਨੂੰ ਉਦੋਂ ਸੀਨੀਅਰ ਮੀਤ ਪ੍ਰਧਾਨ ਮਾਲਵਾ ਜ਼ੋਨ ਦਾ ਬਣਾਇਆ ਸੀ ਤੇ ਉਹਦੇ ਵਿੱਚ ਹਲਕਾ ਕੋਟਕਪੂਰੇ ਦੇ ਵਰਕਰਾਂ ਨੇ ਇੱਕ ਸਨਮਾਨ ਸਮਾਰੋਹ ਰੱਖਿਆ ਸੀ ਔਰ ਪ੍ਰਤਾਪ ਸਿੰਘ ਨੇ ਅੱਜ ਤੱਕ ਬਿਲਕੁਲ ਟਿਕਟ ਦੀ ਮੰਗ ਨਹੀਂ ਕੀਤੀ। ਮੈਂ ਕਹਿੰਦਾ ਭਾਵੇਂ ਅੱਜ ਮੇਰੇ ਮਤਭੇਦ ਆ ਸੁਖਬੀਰ ਸਿੰਘ ਬਾਦਲ ਨਾਲ, ਸੁਖਬੀਰ ਸਿੰਘ ਬਾਦਲ ਇਹ ਗੱਲ ਕਹਿ ਦੇਵੇ ਕਿ ਮੱਖਣ ਸਿੰਘ ਨੰਗਲ ਨੇ ਮੇਰੇ ਕੋਲੇ ਆਪਣੇ ਬੇਟੇ ਵਾਸਤੇ ਕਦੇ ਵੀ MLA ਦੀ ਜਾਂ ਕੋਈ ਹੋਰ ਕਿਸੇ ਪੋਸਟ ਦੀ ਮੰਗ ਕੀਤੀ ਸੀ ਤੇ ਮੈਂ ਕਹਿੰਦਾ ਮੈਂ ਅੱਜ ਵੀ ਉਸ ਦਾ ਦੇਣਦਾਰ ਹਾਂ। ਇਹ ਬਿਲਕੁਲ ਮੈਂ ਇਹਨੂੰ 101% ਇਹ ਵਹਿਮ ਆ ਲੋਕਾਂ ਦਾ ਔਰ ਇਹ ਗਲਤ ਪ੍ਰਚਾਰ ਹੈ। ਜਿੱਥੋਂ ਤੱਕ MLA ਦੀ ਹੈ, ਮੈਂ ਇਸ ਗੱਲੋਂ ਅੱਜ ਵੀ ਮੈਂ ਸੁਖਬੀਰ ਸਿੰਘ ਬਾਦਲ ਨੂੰ ਜਾਂ ਬਾਦਲ ਪਰਿਵਾਰ ਨੂੰ ਇਹਦੇ 'ਚ ਦੋਸ਼ੀ ਨਹੀਂ ਠਹਿਰਾਉਂਦਾ, ਕਿਉਂਕਿ ਜਦੋਂ 2007 ਦੇ ਵਿੱਚ MLA ਨੂੰ ਉਮੀਦਵਾਰ ਐਲਾਨੇ ਹੈ ਔਰ ਫਰੀਦਕੋਟ ਜ਼ਿਲ੍ਹੇ ਦੀਆਂ 3 ਟਿਕਟਾਂ ਕੋਟਕਪੂਰਾ, ਜੈਤੋ ਤੇ ਫਰੀਦਕੋਟ, ਉਦੋਂ 5 ਗਰਾਈ ਹਲਕਾ ਹੁੰਦਾ ਸੀ ਜੋ ਜੈਤੋ ਨਹੀਂ ਹੁੰਦਾ ਸੀ 2007 'ਚ। ਕੋਟਕਪੂਰੇ ਤੋਂ ਮਨਤਾਰ ਸਿੰਘ ਬਰਾੜ ਦਾ ਐਲਾਨ ਹੋ ਗਿਆ ਸੀ ਔਰ ਉਸ ਤੋਂ ਬਾਅਦ ਸਰਦਾਰ ਗੁਰਦੇਵ ਸਿੰਘ ਬਾਦਲ ਦਾ 5 ਗਰਾਈ ਕਲਾਂ ਤੋਂ ਐਲਾਨ ਗਿਆ। ਉਸ ਟਾਈਮ 'ਤੇ ਸਰਦਾਰ ਸੁਖਬੀਰ ਸਿੰਘ ਬਾਦਲ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਇੱਥੋਂ ਨਹੀਂ ਲੜਾਉਣਾ ਚਾਹੁੰਦੇ ਸੀ। ਜਦੋਂ ਇਹਨਾਂ ਦੋਹਾਂ ਦਾ ਐਲਾਨ ਹੋ ਗਿਆ ਟਿਕਟਾਂ ਦਾ, ਇਹਨਾਂ ਨੂੰ ਉਮੀਦਵਾਰ ਨਾਮਜ਼ਦ ਕਰਤਾ 5 ਗਰਾਈ ਤੇ ਕੋਟਕਪੂਰੇ ਤੋਂ, ਔਰ ਮੈਂ ਜ਼ਿਲ੍ਹਾ ਪ੍ਰਧਾਨ ਸੀ ਉਸ ਟਾਈਮ 'ਤੇ ਸ਼੍ਰੋਮਣੀ ਅਕਾਲੀ ਦਲ ਦਾ, ਨਾਲ ਮੇਰੇ ਸਾਡੇ ਬਜ਼ੁਰਗ ਸਰਦਾਰ ਗੁਰਦੇਵ ਸਿੰਘ ਜੀ ਬਾਦਲ ਤੇ ਮਨਤਾਰ ਸਿੰਘ, ਅਸੀਂ ਤਿੰਨੇ ਜਲੰਧਰ ਗਏ। ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮੀਟਿੰਗ ਸੀ, ਉਹਨਾਂ ਨੇ ਸਾਰੀ ਮੀਟਿੰਗ ਕੀਤੀ ਤੇ ਰਾਤ ਨੂੰ ਅਸੀਂ ਕੋਈ 10-10:30 ਵਜੇ ਸਾਨੂੰ ਟਾਈਮ ਮਿਲਿਆ, ਅਸੀਂ ਉਹਨਾਂ ਦੇ ਨਾਲ ਗੱਲ ਕੀਤੀ ਤੇ ਗੁਰਦੇਵ ਸਿੰਘ ਬਾਦਲ ਮੈਨੂੰ ਕਹਿੰਦੇ ਪ੍ਰਧਾਨ ਜੀ ਗੱਲ ਕਰੋ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਉਦੋਂ ਸੁਖਬੀਰ ਸਿੰਘ ਬਾਦਲ ਅਜੇ ਪ੍ਰਧਾਨ ਨਹੀਂ ਸੀ ਅਕਾਲੀ ਦਲ ਦੇ, ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ ਪ੍ਰਧਾਨ ਸੀ। ਮੈਂ ਉਹਨਾਂ ਨੂੰ ਆਖਿਆ ਸੁਖਬੀਰ ਜੀ ਤੁਸੀਂ ਐਂ ਕਰੋ MP ਸਾਹਿਬ ਵੀ ਮਨਤਾਰ ਦਾ ਤੇ ਗੁਰਦੇਵ ਸਿੰਘ ਬਾਦਲ ਦਾ ਤਾਂ ਤੁਸੀਂ ਐਲਾਨ ਕਰਤਾ
ਤੇ ਫਰੀਦਕੋਟ ਤੋਂ ਵੀ ਤੁਸੀਂ ਕੁਸ਼ਲਦੀਪ ਸਿੰਘ ਢਿੱਲੋਂ ਦਾ ਐਲਾਨ ਕਰ ਦਿਓ। ਮੈਂ ਜ਼ਿਲ੍ਹਾ ਪ੍ਰਧਾਨ ਹਾਂ, ਅਸੀਂ ਸਾਰੇ ਰਲ ਕੇ ਕੰਮ ਕਰਾਂਗੇ ਤੇ ਆਪਾਂ ਸਰਕਾਰ ਬਣਾਉਣੀ ਹੈ, ਇਹ ਬਹੁਤ ਜ਼ਰੂਰੀ ਹੈ। ਇਹ ਦਸੰਬਰ 2006 ਦੀ ਗੱਲ ਹੈ। ਉਸ ਟਾਈਮ ਤੇ ਸੁਖਬੀਰ ਸਿੰਘ ਬਾਦਲ ਦੇ ਸ਼ਬਦ ਸੀ ਵੀ ਫਰੀਦਕੋਟ ਸੀਟ ਆਪਾਂ ਜਿੱਤਣੀ ਨਹੀਂ ਗੀ, ਤੇ ਉਹਨਾਂ ਨੇ ਮੈਨੂੰ ਇਹ ਵੀ ਹਿੰਟ ਦਿੱਤਾ ਸੀਗਾ ਕਿ ਉੱਥੋਂ ਮੈਂ ਤੈਨੂੰ ਲੜਾਉਣੀ ਆ, ਜਿਸ ਤੇ ਸਾ ਗੁਰਦੇਵ ਸਿੰਘ ਬਾਦਲ ਨੇ ਥੋੜ੍ਹਾ ਜਿਹਾ ਗਿਲਾ ਜਿਹਾ ਵੀ ਕੀਤਾ, ਪਰ ਮੈਂ ਉਹਨਾਂ ਨੂੰ ਕਹਿ ਤਾ ਕਿ ਨਹੀਂ, ਅਸੀਂ ਸਾਡੀ ਟੀਮ ਬਣੀ ਹੈ ਤੇ ਇੱਥੋਂ ਤੱਕ ਕਿ ਉਹਦੇ 'ਚ ਸੁਖਬੀਰ ਸਿੰਘ ਬਾਦਲ ਦਾ ਕੋਈ ਕਸੂਰ ਜੀ। ਤਾਂ ਨੰਗਲ ਸਾਹਿਬ ਇੱਕ ਹੋਰ ਗੱਲ ਆ, ਜਿਹੜੇ ਆ ਲੋਕ ਵੀ ਇਹ ਗੱਲ ਕਹਿੰਦੇ ਆ ਕਿ ਉਦੋਂ ਨੰਗਲ ਸਾਹਿਬ ਜਿਹੜਾ ਆ ਧਰਨੇ ਦੇ ਵਿੱਚ ਆ ਕੇ ਨਹੀਂ ਬੈਠੇ, ਹੈ ਨਾ, ਇਹਨਾਂ ਨੇ 2018 ਦੇ ਵਿੱਚ ਜਦੋਂ ਕਾਂਗਰਸ ਸਰਕਾਰ ਆ ਗਈ ਉਦੋਂ ਪਾਰਟੀ ਨੂੰ ਛੱਡਿਆ। ਤੁਸੀਂ ਜਿਸ ਦਿਨ ਉਹ ਮੁੰਡਿਆਂ ਦਾ ਭੋਗ ਪਿਆ ਸੀ, ਜਿਹੜੇ ਸ਼ਹੀਦ ਹੋਏ ਸੀਗੇ, ਬਹਿਬਲ ਵਾਲਾ ਤੇ ਸਰਾਂ ਵਾਲਾ ਗੁਰਜੀਤ ਸਿੰਘ ਤੇ ਬਹਿਬਲ ਖੁਰਦ ਵਾਲੇ, ਉਦੋਂ ਪਹਿਲਾਂ ਤੁਸੀਂ ਅੱਜ ਵੀ ਜਾ ਕੇ ਪੁੱਛੋ, ਬਹਿਬਲ ਕਲਾਂ ਦੇ ਲੋਕਾਂ ਤੋਂ ਪੁੱਛੋ ਵੀ ਉਦੋਂ ਪਹਿਲਾਂ ਮੈਂ ਬਹਿਬਲ ਧਰਨੇ 'ਚ ਬੈਠਾ ਸੀ ਕਿ ਨਹੀਂ ਆ ਕੇ। ਉਸ ਤੋਂ ਬਾਅਦ ਜਿਸ ਦਿਨ ਰਿਹਾਅ ਕੀਤੇ ਆ ਸਾਰੇ, ਮੈਂ ਖੁਦ, ਕਿਉਂਕਿ ਇੱਥੇ ਲੰਗਰ ਲੈ ਕੇ ਜਾਂਦੇ ਸੀ ਤੇ ਮੈਂ ਖੁਦ ਵਿੱਚ ਸੇਵਾ ਕਰਦਾ ਸੀ, ਸਾਰੇ ਨੌਜਵਾਨਾਂ ਦੇ, ਮੇਰੇ ਬੇਟੇ ਵੀ ਸੀ ਸਾਰੇ, ਅਸੀਂ ਗੁਰਦੁਆਰਾ ਗ੍ਰੀਨ ਐਮ ਤੋਂ ਜਿਸ ਦਿਨ ਸਾਰਿਆਂ ਨੂੰ ਰਿਹਾਅ ਕੀਤਾ ਸੀ, ਮੈਂ ਥਾਣੇ ਸਦਰ ਦੇ ਵਿੱਚ ਖੁਦ ਲੰਗਰ ਵਰਤਾ ਰਿਹਾ ਸੀ। ਜਦੋਂ ਲੰਗਰ ਵਰਤਾਉਂਦਿਆਂ ਤੇ ਭਾਈ ਧਿਆਨ ਸਿੰਘ ਮੰਡ, ਜਥੇਦਾਰ ਆਪਣਾ ਬਲਵੰਤ ਸਿੰਘ ਜੀ, ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ, ਹੋਰ ਸੰਗਤਾਂ ਦੇ ਨਾਲ ਆਏ ਸੀ। ਇਹ ਤਾਂ ਕੋਈ ਕਹਿ ਹੀ ਨਹੀਂ ਸਕਦਾ ਕਿ ਮੈਂ ਉਹਨਾਂ ਦੇ ਵਿੱਚ ਜਾ ਕੇ ਧਰਨਿਆਂ 'ਚ ਨਹੀਂ ਬੈਠਾ ਜਾਂ ਮੈਂ ਹਿੱਸਾ ਨਹੀਂ ਲਿਆ। ਮੈਂ ਕਹਿੰਦਾ ਅੱਜ ਇਹਦੇ ਡਾਕੂਮੈਂਟਲੀ ਪ੍ਰੂਫ ਆ, ਉਹਨਾਂ ਤੋਂ ਪੁੱਛ ਲਓ ਵੀ ਸੀਗੇ ਕਿ ਨਹੀਂ, ਬੈਠੇ ਸੀ ਕਿ ਨਹੀਂ। ਤਾਂ ਨੰਗਲ ਸਾਹਿਬ ਤੁਸੀਂ ਲੰਮਾ ਸਮਾਂ ਹੈ ਨਾ SGPC ਦੇ ਵਿੱਚ ਵੀ ਹੈ ਨਾ ਰਹੇ ਹੋ, 2 ਵਾਰ ਤੁਸੀਂ ਮੈਂਬਰ ਰਹੇ ਹੋ, ਤਾਂ ਦੋਸ਼ ਲਾਇਆ ਜਾਂਦਾ ਕਿ SGPC ਉੱਤੇ ਇੱਕ ਪਰਿਵਾਰ ਦਾ ਜਿਹੜਾ ਆ ਕਬਜ਼ਾ ਆ, ਤੁਸੀਂ ਕੀ ਅਨੁਭਵ ਕੀਤਾ ਇਹਨਾਂ ਸਮੇਂ ਦੌਰਾਨ? ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਜਦੋਂ ਪ੍ਰਧਾਨ ਦੀ ਚੋਣ ਹੁੰਦੀ ਸੀ, ਅਹੁਦੇਦਾਰਾਂ ਦੀ ਚੋਣ ਹੁੰਦੀ ਸੀ, ਉਦੋਂ ਮੈਂ ਵੀ ਵਿੱਚ ਹੀ ਹੁੰਦਾ ਸੀ। ਅੱਜ ਮੈਂ ਹੁਣ ਐਵੇਂ ਆਖਾਂ ਕਿਉਂਕਿ ਮੈਂ ਉਹਨਾਂ ਦਾ ਵਫਾਦਾਰ ਰਿਹਾ, ਬਹੁਤ 45 ਸਾਲ ਬਾਦਲ ਪਰਿਵਾਰ ਦੇ ਨਾਲ ਹੀ ਰਿਹਾ ਸ਼੍ਰੋਮਣੀ ਅਕਾਲੀ ਦਲ 'ਚ। ਉਦੋਂ ਚਿੱਟਾਂ ਫੜਾ ਦਿੱਤੀਆਂ ਜਾਂਦੀਆਂ ਸੀ ਕਿਹਨੂੰ ਪ੍ਰਧਾਨ ਬਣਾਉਣਾ, ਜਿਹਨੂੰ ਪ੍ਰਧਾਨ ਬਣਾਉਣਾ ਮੱਖਣ ਸਿੰਘ ਨੰਗਲ ਨੂੰ ਚਿੱਟ ਦਿੱਤੀ ਤੂੰ ਨਾ ਪ੍ਰਪੋਜ਼ ਕਰਨਾ, ਔਰ ਦੂਜੇ ਮੈਂਬਰ ਨੂੰ ਦੇਤੀ ਤੂੰ ਤਾਇਦ ਮਜੀਦ ਕਰਨਾ। ਇਸੇ ਤਰ੍ਹਾਂ ਸੀਨੀਅਰ, ਮਤਲਬ ਇਹ ਸਾਰੀ ਬਾਦਲ ਪਰਿਵਾਰ ਦੀ ਮਰਜ਼ੀ ਦੇ ਨਾਲ ਹੀ ਇਹ ਚੋਣ ਹੁੰਦੀ ਸੀ ਸਾਰੀ। ਇਸ ਵਾਸਤੇ ਇਹਦੇ ਵਿੱਚ ਕੋਈ, ਇੱਥੋਂ ਤੱਕ ਕਿ ਮੈਂ ਤੁਹਾਨੂੰ ਬਾਹਲੀਆਂ ਉਦਾਹਰਨਾਂ ਤਾਂ ਮੈਂ ਕੀ ਦੇਣੀਆਂ, 2 ਉਦਾਹਰਨਾਂ ਦਿੰਦਾ ਹੈ ਕਿ ਜਿਸ ਦਿਨ 16 ਦਸੰਬਰ 2018 ਨੂੰ ਸਰਦਾਰ ਰਣਜੀਤ ਸਿੰਘ ਜੀ ਬਰਹਮਪੁਰਾ, ਜੋ ਉਦੋਂ ਮੈਂਬਰ ਵੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਪਾਰਲੀਮੈਂਟ ਦੇ, ਔਰ ਸੀਨੀਅਰ ਲੀਡਰ ਵੀ ਸੀ, ਸੀਨੀਅਰ ਮੀਤ ਪ੍ਰਧਾਨ ਵੀ ਸੀ ਅਕਾਲੀ ਦਲ ਦੇ, ਔਰ ਜਦੋਂ ਅਸੀਂ ਉਹ ਪਾਰਟੀ ਬਣਾਈ, ਅਸੀਂ ਅਕਾਲ ਤਖ਼ਤ ਸਾਹਿਬ 'ਤੇ ਗਏ ਹਾਂ ਔਰ ਸੂਚਨਾ ਕੇਂਦਰ ਦੇ ਵਿੱਚ ਬੈਠੇ ਰਹੇ। ਜਦੋਂ ਅਸੀਂ ਮੁੜ ਕੇ ਆਏ, ਇੱਥੋਂ ਤੱਕ ਕਿ ਸੂਚਨਾ ਕੇਂਦਰ ਨੂੰ ਬਾਦਲ ਸਾਹਿਬ ਨੇ ਕਹਿ ਕੇ, ਗੋਬਿੰਦ ਸਿੰਘ ਲੌਂਗੋਵਾਲ ਨੇ ਕਹਿ ਕੇ, ਇਹਨਾਂ ਸਾਰਿਆਂ ਨੇ ਕਹਿ ਕੇ ਜਿੰਦਰੇ ਲਵਾ ਦੇ, ਜਦੋਂ ਕਿ ਨਾਲ ਉਦੋਂ ਸੇਵਾ ਸਿੰਘ ਸੇਖਵਾਂ, ਮਹਿੰਦਰ ਸਿੰਘ ਹੁਸੈਨਪੁਰ ਔਰ ਹੋਰ ਵੀ ਕਈ ਮੌਜੂਦਾ ਮੈਂਬਰ SGPC ਵੀ ਸੀਗੇ ਤੇ ਸਾਬਕਾ ਮੈਂਬਰ SGPC ਤੇ ਸੰਗਤ ਸੀ, ਕਿਉਂਕਿ ਗੁਰੂ ਘਰ ਤਾਂ ਸਾਰਿਆਂ ਦਾ ਸਾਂਝਾ। ਇਦੋਂ ਉੱਤੇ ਹੋਰ ਵੀ ਕੀ ਉਦਾਹਰਨਾਂ ਕਿ ਉੱਥੋਂ ਅਕਾਲ ਤਖ਼ਤ ਜਾਂ ਇਹਨਾਂ ਨੂੰ ਕੋਈ ਸਰੂਪਾ ਨਹੀਂ ਦਿੱਤਾ ਗਿਆ। ਦੂਜੇ ਨੰਬਰ 'ਤੇ ਜਿਸ ਦਿਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਆਏ ਹੈ ਔਰ ਬੀਬੀ ਜੋ ਪਾਰਲੀਮੈਂਟ ਪਰਮਜੀਤ ਗੁਲਸ਼ਨ ਨੇ ਔਰ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਨੇ ਜੁਆਇਨ ਕੀਤਾ ਉਹਨਾਂ ਦੇ ਨਾਲ, ਔਰ ਮੈਂ ਵੀ ਨਾਲ ਸੀ। ਅਸੀਂ ਜਦੋਂ ਤਖਤ ਦਮਦਮਾ ਸਾਹਿਬ 'ਤੇ ਮੱਥਾ ਟੇਕਣ ਗਏ ਕਿ ਸਾਰਾ ਮੁਲਾਜ਼ਮਾਂ ਨੂੰ ਹਦਾਇਤਾਂ ਕਰਤੀਆਂ ਕਿ ਢੀਂਡਸਾ ਸਾਹਿਬ ਨੂੰ ਬਿਲਕੁਲ ਸਨਮਾਨਿਤ ਨਹੀਂ ਕਰਨਾ, ਤੇ ਉੱਥੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਜੋ ਸਰੂਪੇ ਮੰਗਾ ਕੇ ਸਨਮਾਨਿਤ ਕੀਤਾ। ਇਦੋਂ ਉੱਤੇ ਫਿਰ ਅਜੇ ਕੀ ਕਸਰ ਰਹਿ ਗਈ ਕਿ ਇੱਕ ਪਰਿਵਾਰ ਦਾ ਜਾਂ ਉਹਨਾਂ ਦੇ ਕਹਿਣ 'ਤੇ ਚੱਲਣ ਵਾਲਿਆਂ ਦਾ ਕਬਜ਼ਾ ਨਹੀਂ, ਇਹ ਤਾਂ ਹੁਣ ਇੱਕ ਪਰਿਵਾਰ ਦਾ ਕਬਜ਼ਾ। ਇਹ ਤੁਹਾਡੇ ਸਾਹਮਣੇ 2 ਮਿਸਾਲਾਂ ਤਾਂ ਮੈਂ ਦਿੱਤੀਆਂ, ਇਹ ਤੁਸੀਂ ਵੈਰੀਫਾਈ ਕਰ ਲਓ। ਤਾਂ ਨੰਗਲ ਸਾਹਿਬ ਇੱਥੇ ਇੱਕ ਹੋਰ ਗੱਲ ਜਿਹੜੀ ਆ ਪੁੱਛਣੀ ਬਣਦੀ ਆ ਕਿ 2015 ਦੇ ਵਿੱਚ ਹੈ ਨਾ ਫਰੀਦਕੋਟ ਦੇ ਇੱਕ ਪਿੰਡ ਬੁਰਜ ਜਵਾਰ ਵਾਲਾ ਤੋਂ ਹੈ ਨਾ ਪਹਿਲੀ ਘਟਨਾ ਸਾਹਮਣੇ ਆਈ ਸੀ, ਜਦੋਂ ਗੁਰੂ ਸਾਹਿਬ ਦਾ ਸਰੂਪ ਜਿਹੜਾ ਆ ਜੂਨ ਦੇ ਵਿੱਚ ਚੋਰੀ ਹੋਇਆ ਸੀ, ਜੂਨ 2015 ਦੇ ਵਿੱਚ। ਉਦੋਂ ਜਿਹੜਾ ਆ ਅਕਾਲੀ ਦਲ ਬਾਦਲ ਦੀ ਸਰਕਾਰ ਸੀ, ਤੁਸੀਂ ਵੀ ਸਰਕਾਰ ਦਾ ਹਿੱਸਾ ਸੀਗੇ, ਤਾਂ ਉਦੋਂ ਸੁਖਬੀਰ ਸਿੰਘ ਬਾਦਲ ਜੀ ਗ੍ਰਹਿ ਮੰਤਰੀ ਸੀ, ਉਦੋਂ ਉਹਨਾਂ ਨੇ ਇੰਨੀ ਦਿਲਚਸਪੀ ਨਹੀਂ ਦਿਖਾਈ ਉਸ ਮਾਮਲੇ ਨੂੰ ਲੈ ਕੇ। ਪਰ ਹੁਣ ਜਿਹੜਾ ਆ 267 ਸਰੂਪ ਜਿਹੜੇ ਗੁੰਮ ਹੋਏ ਆ, ਉਹਨਾਂ ਨੂੰ ਲੈ ਕੇ ਉਹ ਪਟਿਆਲੇ ਪ੍ਰਦਰਸ਼ਨ ਕਰ ਰਹੇ ਨੇ, ਉਦੋਂ ਦਿਲਚਸਪੀ ਕਿਉਂ ਨਹੀਂ ਦਿਖਾਈ? ਇਹਦੇ ਪਿੱਛੇ ਕੀ ਕਾਰਨ? ਇਹ ਸਿਰਫ ਸਾਰਾ ਸਿਆਸੀ ਡਰਾਮਾ ਹੈ। ਮੈਂ ਤਾਂ ਪ੍ਰੈਸ ਨੋਟ ਵੀ ਦਿੱਤਾ ਸੀ, 10-15 ਦਿਨ ਹੋ ਗਏ
ਕਿ ਇਹਨਾਂ ਨੂੰ ਨਸ਼ਿਆਂ ਬਾਰੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਸੁਖਬੀਰ ਸਿੰਘ ਬਾਦਲ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਅਧਿਕਾਰ ਨਹੀਂ। ਕਿਉਂਕਿ ਇਹ ਜਿਹੜੀ ਮੈਂ ਪਹਿਲਾਂ ਘਟਨਾ ਦੱਸੀ ਆ, ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਿਸ ਦਿਨ ਉਹ ਬਾਈਬਲ ਵਾਲੇ ਜਿਹੜੇ ਨੌਜਵਾਨ ਦਾ ਤੇ ਗੁਰਜੀਤ ਸਿੰਘ ਸਰਾਵਾਂ ਦਾ ਭੋਗ ਸੀ, ਉਦੋਂ ਇੱਕ ਦਿਨ ਪਹਿਲਾਂ ਮੈਂ ਗੁਰਦੇਵ ਸਿੰਘ ਬਾਦਲ ਦਾ ਬੇਟਾ ਸੂਬਾ ਸਿੰਘ, ਇੱਕ ਮੁੰਡਾ ਸਾਡਾ ਐਸਸੀ ਵਿੰਗ ਦਾ ਪ੍ਰਧਾਨ ਸੀ, ਅਸੀਂ ਸੁਖਬੀਰ ਸਿੰਘ ਬਾਦਲ ਨੂੰ ਉਸ ਦਿਨ ਵੀ ਸਾਰੀ ਗੱਲ ਦੱਸ ਕੇ ਆਏ ਸੀ ਕਿ ਆਹ ਘਟਨਾ ਵਾਪਰ ਗਈ, ਪ੍ਰਧਾਨ ਸਾਹਿਬ ਆਹ ਬੰਦੇ ਹਾਜ਼ਰ ਸੀ, ਇਹ ਜ਼ਿੰਮੇਵਾਰੀ ਨਹੀਂ ਨਿਭਾਈ ਗਈ, ਆਪਾਂ ਤੋਂ ਬਹੁਤ ਬੰਡਰ ਮਿਸਟੇਕ ਹੋ ਗਈ ਹੈ, ਇੱਕ ਐਸੀ ਮਾਨ ਗਲਤੀ ਹੈ, ਕੱਲ੍ਹ ਨੂੰ ਜਦੋਂ ਆਪਾਂ ਫੇਰ ਲੋਕਾਂ 'ਚ ਜਾਵਾਂਗੇ, ਲੋਕ ਆਪਣੇ ਇੱਟਾਂ ਮਾਰਨਗੇ, ਰੋੜੇ ਮਾਰਨਗੇ, ਕਿੰਤੂ ਪਰੰਤੂ ਕਰਨਗੇ, ਇਹਦਾ ਹੱਲ ਲੱਭੋ ਕੋਈ। ਤੇ ਉਦੋਂ ਤਾਂ ਇਹਨਾਂ ਨੇ ਧਿਆਨ ਹੀ ਨਹੀਂ ਦਿੱਤਾ। ਹੁਣ ਇੱਥੋਂ ਤੱਕ ਗੱਲ ਹੈ ਤੇ ਅੱਜ ਇਹ ਸਾਰੀ ਡਰਾਮੇਬਾਜ਼ੀ ਹੈ। ਨੰਗਲ ਸਾਹਿਬ, ਇੱਕ ਹੋਰ ਗੱਲ ਜਿਹੜੀ ਆ ਹੈ ਨਾ, ਅਕਾਲੀ ਦਲ ਵਿੱਚੋਂ ਚਾਹੇ ਉਹ ਬ੍ਰਹਮਪੁਰਾ ਸਾਹਿਬ ਹੋਣ, ਚਾਹੇ ਸੇਵਾ ਸਿੰਘ ਸੇਖਵਾ ਜੀ ਹੋਣ, ਚਾਹੇ ਪਰਮਿੰਦਰ ਸਿੰਘ ਢੀਂਡਸਾ ਜਾਂ ਸੁਖਦੇਵ ਢੀਂਡਸਾ ਜੀ ਹੋਣ, ਹੈ ਨਾ, ਉਹ ਸਾਰੇ ਅਕਾਲੀ ਦਲ ਇੱਕੋ ਪਾਰਟੀ 'ਚੋਂ ਗਏ ਨੇ, ਹੈ ਨਾ, ਇੱਕੋ ਪਾਰਟੀ 'ਚੋਂ ਰੁਖਸਤ ਹੋਏ ਨੇ ਉਹ, ਪਰ ਉਹਨਾਂ ਦੀ ਵਿਚਾਰਧਾਰਾ ਅਲੱਗ-ਅਲੱਗ ਕਿਉਂ ਆ? ਇਹ ਬਹੁਤ ਛੇਤੀ ਪ੍ਰਮਾਤਮਾ ਕਿਰਪਾ ਕਰੂਗਾ। ਸਾਡੀ ਸਾਰਿਆਂ ਦੀ ਕੋਸ਼ਿਸ਼ ਹੈ ਕਿ ਇੱਕ ਨਿਸ਼ਾਨ, ਇੱਕ ਵਿਧਾਨ ਲੈ ਕੇ ਚੱਲੀਏ ਔਰ ਤੀਜਾ ਬਦਲ ਬਣਾ ਕੇ ਪੰਜਾਬ ਨੂੰ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਈਏ। ਤਾਂ ਤੁਸੀਂ ਕਿਹਾ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਜਿਹੜਾ ਆ ਅਸੀਂ ਤੀਜਾ ਬਦਲ ਬਣਾ ਕੇ ਜਿਹੜਾ ਆ ਬਚਾਵਾਂਗੇ, ਪਰ ਇੱਥੇ ਇੱਕ ਹੋਰ ਗੱਲ ਆ, ਹੈ ਨਾ, ਜਿਹੜਾ ਬੀਜੇਪੀ ਤੇ ਅਕਾਲੀ ਦਲ ਦਾ 9 ਮਾਸ ਦਾ ਰਿਸ਼ਤਾ ਹੈ ਨਾ, ਉਹ ਕਿਤੇ ਨਾ ਕਿਤੇ ਉਹ ਹੁਣ ਘਟਨਾ ਜਿਹੜਾ ਆ ਸ਼ੁਰੂ ਹੋ ਗਿਆ, ਉਹਦੇ 'ਚ ਇੱਕ ਤਰੋਟ ਆ ਗਈ ਆ, ਹੈ ਨਾ, ਸਾਨੂੰ ਵੀ ਪਤਾ। ਤਾਂ ਅਕਾਲੀ ਦਲ ਜਿਹੜਾ ਆ ਉਹ ਦਬਵੇਂ ਸੁਰ 'ਚ ਵਿਰੋਧ ਕਰ ਰਿਹਾ ਬੀਜੇਪੀ ਦਾ, ਮਜੀਠੀਆ ਸਾਹਿਬ ਕਰ ਰਹੇ ਨੇ, ਬਿਕਰਮ ਮਜੀਠੀਆ ਕਰ ਰਹੇ ਨੇ, ਹੈ ਨਾ, ਜਾਂ ਹੋਰ ਵੀ ਕਰ ਰਹੇ ਨੇ ਇਹਨਾਂ ਦੇ ਲੀਡਰ। ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਤੁਸੀਂ ਬਾਹਰ ਹੋ, ਪਰ ਤੁਹਾਡਾ ਜਿਹੜਾ ਪ੍ਰਦਰਸ਼ਨ ਆ ਤਿੱਖੇ ਰੂਪ ਦੇ ਵਿੱਚ ਸਾਹਮਣੇ ਨਹੀਂ ਆਇਆ। ਇਹ ਬਾਦਲ ਪਰਿਵਾਰ ਸਿਰਫ ਬੀਬੀ ਹਰਸਿਮਰਤ ਨੂੰ ਕੈਬਨਿਟ ਮੰਤਰੀ ਰੱਖਣ ਵਾਸਤੇ, ਜਿਸ ਤਰ੍ਹਾਂ ਇੱਕੋ ਹੀ ਇਹਨਾਂ ਦਾ ਨਿਸ਼ਾਨਾ ਵੀ ਉਹਨੂੰ ਨਾ ਕਿਤੇ ਮਿਨਿਸਟਰੀ 'ਚੋਂ ਕੱਢ ਦੇਣ। ਅਸੀਂ ਆਨੰਦਪੁਰ ਦਾ ਮਤਾ ਇਹ ਭੁੱਲ ਗਏ ਜੋ ਵੱਧ ਅਧਿਕਾਰਾਂ ਦੀ ਗੱਲ ਸੀ। ਅਸੀਂ ਅੱਜ ਜੋ 3 ਆਰਡੀਨੈਂਸ ਹੋਇਆ ਕਿਸਾਨੀ ਨੂੰ ਖਤਮ ਕਰਨ ਵਾਲੇ, ਉਹਨਾਂ ਨੂੰ ਵੀ ਭੁੱਲ ਗਏ। ਉਹਨਾਂ ਦੇ ਵੀ ਹੱਕ 'ਚ ਇਹਨਾਂ ਨੇ ਵੋਟ ਪਾਈ ਔਰ ਬਾਹਰ ਆ ਕੇ ਕਹਿ ਰਹੇ ਆ ਕਿ ਅਸੀਂ ਉਹਨੂੰ ਬਚਾਵਾਂਗੇ। ਜੇ ਵੱਧ ਅਧਿਕਾਰਾਂ ਵਾਲੀ ਗੱਲ 'ਤੇ ਫੇਲ ਹੋ ਗਏ, ਇਹਦੇ 'ਤੇ ਸਾਨੂੰ ਕੀ ਕਹਿ ਕੇ MPS ਖਤਮ ਨਾ ਹੋਊਗੀ। ਇਸ ਵਾਸਤੇ ਅਸੀਂ ਜਿਹੜਾ ਤਿੱਖੀ ਸੁਰ, ਤੁਸੀਂ ਆ 13 ਤਰੀਕ ਨੂੰ ਵੇਖ ਲਓ, ਅਸੀਂ ਮੈਮੋਰੰਡਮ ਦਿੱਤੇ ਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ, ਸਰਦਾਰ ਬਰਹਮਪੁਰਾ ਸਿੰਘ ਸਰਨਜੀਤ ਸਿੰਘ ਬਰਹਮਪੁਰਾ ਜੀ ਪ੍ਰਧਾਨ ਸਾਹਿਬ ਦੀਆਂ ਹਦਾਇਤਾਂ 'ਤੇ ਅਸੀਂ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਔਰ ਮੁੱਖ ਮੰਤਰੀ ਨੂੰ ਸੰਬੋਧਨ ਕਰਕੇ ਇਹ ਦਿੱਤੇ ਆ ਕਿ ਇਹ ਨਸ਼ਿਆਂ ਵਾਲਿਆਂ ਨੂੰ ਫੜੋ ਔਰ ਗੁਰੂ ਘਰ ਦੀਆਂ ਜਿਹੜੀਆਂ ਬੇਅਦਬੀਆਂ ਆਈਆਂ ਨਾ ਉਹਨਾਂ ਨੂੰ ਫੜੋ। ਅਸੀਂ ਬਿਲਕੁਲ ਨਹੀਂ, ਅਸੀਂ ਅੱਜ ਵੀ ਗੁਰੂ ਘਰ ਦੇ ਵਾਸਤੇ ਅਸੀਂ ਹਰ ਤਨ ਮਨ ਧਨ, ਸਾਨੂੰ ਕੋਈ ਪਰਵਾਹ ਨਹੀਂ, ਅਸੀਂ ਆਪਣੇ ਗੁਰੂ ਦੀ ਖਾਤਰ ਅਰਪਿਤ ਹੈ। ਤਾਂ ਨੰਗਲ ਸਾਹਿਬ, ਤੁਸੀਂ ਬੜਾ ਸਮਾਂ, ਹੈ ਨਾ, ਗੁਰਦੇਵ ਸਿੰਘ ਬਾਦਲ ਜੀ ਨਾਲ ਰਹੇ ਹੋ। ਤਾਂ ਇੱਕ ਸਮਾਂ ਸੀ, ਹੈ ਨਾ, ਜਦੋਂ ਲੋਕ ਕਹਿੰਦੇ ਸੀ ਕਿ ਵੋਟ ਜਿਹੜੀ ਪਾਉਣੀ ਆ ਅਕਾਲੀ ਦਲ ਨੂੰ ਪਾਉਣੀ ਆ। ਪੰਜਾਬੀ ਕਹਿੰਦੇ ਹੁੰਦੇ ਸੀ ਜੇ ਨਹੀਂ ਪਾਉਣੀ ਤਾਂ ਖੂਹ 'ਚ ਸਿੱਟ ਦਿਆਂਗੇ, ਪਰ ਵੋਟ ਅਕਾਲੀ ਦਲ ਨੂੰ ਪਾਉਣੀ ਆ। ਤਾਂ ਤੁਹਾਨੂੰ ਕੀ ਲੱਗਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਕੰਮ ਕਰਨ ਦੇ ਤਰੀਕਿਆਂ 'ਚ ਜਿਹੜਾ ਫਰਕ ਆ ਕਿ ਉਹਨਾਂ ਨੂੰ, ਹੈ ਨਾ, ਇਸ ਵਾਰ ਵਿਧਾਨ ਸਭਾ ਦੌਰਾਨ ਵੀ ਉਹਨਾਂ ਨੂੰ ਵਿਰੋਧੀ ਧਿਰ 'ਚ ਬੈਠਣ ਦਾ ਵੀ ਮੌਕਾ ਨਹੀਂ ਮਿਲਿਆ, ਤੁਸੀਂ ਇਹ 'ਤੇ ਕੀ ਟਿੱਪਣੀ ਕਰਦੇ ਹੋ? ਮੈਂ ਕਹਿੰਦਾ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਅਸੀਂ 1972 ਤੋਂ ਬਾਅਦ ਜਦੋਂ ਕੋਈ ਅਸੀਂ ਧਰਨਾ ਮੁਜ਼ਾਹਰਾ ਸਰਕਾਰ ਦੇ ਵਿਰੁੱਧ ਦਿੰਦੇ ਸੀ ਤੇ ਸਾਡੇ ਜਿਹੜੇ ਪੁਰਾਣੇ ਟਕਸਾਲੀ ਬਜ਼ੁਰਗ ਸੀ ਉਹ ਇੱਕ ਚੋਲੇ ਪਾ ਕੇ ਲਾਉਂਦੇ ਹੁੰਦੇ ਸੀ, ਮੈਂ ਮਰਾਂ ਪੰਥ ਜੀਵੇ ਮਨ ਚਾਓ ਘਨੇਰਾ। ਅੱਜ ਉਲਟ ਹੋ ਗਿਆ, ਅੱਜ ਆਉਂਦੇ ਆ ਪੰਥ ਮਰੇ ਮੈਂ ਜੀਵਾਂ ਮਨ ਚਾਓ ਘਨੇਰਾ। ਇਸ ਵਾਸਤੇ ਇਹ ਸੋਚ ਹੈ ਕਿ ਅੱਜ ਪੰਥਕ ਸੋਚ ਸੁਖਬੀਰ ਸਿੰਘ ਬਾਦਲ ਔਰ ਸੁਖਬੀਰ ਸਿੰਘ ਆਪਣੇ ਬਿਕਰਮ ਸਿੰਘ ਮਜੀਠੀਆ ਦੇ ਵਿੱਚੋਂ ਬਿਲਕੁਲ ਖਤਮ ਹੋ ਗਈ ਹੈ। ਜਿਹੜੇ ਪੁਰਾਣੇ ਸੀਨੀਅਰ ਲੀਡਰ ਸੀਗੇ ਉਹ ਗੁੱਠੇ ਲਾਤੇ, ਜਿਹੜੇ ਬਾਦਲ ਸਾਹਿਬ ਦੇ ਵਫਾਦਾਰ ਬੰਦੇ ਸੀ, ਜਿਹੜੇ ਬਾਦਲ ਸਾਹਿਬ ਦੀ ਪੱਗ ਬਚਾਉਣ ਵਾਲੇ, ਬਾਦਲ ਸਾਹਿਬ ਦੀ ਦਾੜੀ ਬਚਾਉਣ ਵਾਲੇ ਔਰ ਇੱਥੋਂ ਤੱਕ ਕਿ 5 ਵਾਰ ਮੁੱਖ ਮੰਤਰੀ ਬਣਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਤੇ ਲੀਡਰਾਂ ਨੂੰ ਇਗਨੋਰ ਕਰਕੇ ਮੌਕਾ ਪ੍ਰਸਤ ਜੋ ਅੱਜ ਰੇਤਾ ਵੇਚਣ ਵਾਲੇ, ਜੋ ਅੱਜ ਸਮੈਕ ਵਾਲੇ, ਜੋ ਨਸ਼ਿਆਂ ਵਾਲੇ, ਅੱਜ ਉਹ ਸਾਰੇ ਮੂਹਰੇ ਆ ਗਏ ਤੇ ਜਿਹੜੇ ਸਹੀ ਸੋਚ ਵਾਲੇ ਸੀ ਉਹਨਾਂ ਦੀ ਸੋਚ ਖਤਮ ਹੋ ਗਈ। ਇਹੀ ਕਾਰਨ ਬਣਿਆ ਕਿ ਅੱਜ ਅਕਾਲੀ ਦਲ ਦੇ ਵਿੱਚ ਜਿਹੜੀ ਇਹ ਫੁੱਟ ਪਈ ਹੈ। ਤਾਂ ਨੰਗਲ ਸਾਹਿਬ, ਮੇਰਾ ਅਗਲਾ ਸਵਾਲ ਹੈ ਕਿ ਜਿਹੜਾ ਅਸੀਂ ਅਕਸਰ ਦੇਖਿਆ ਵੀ ਜਿਹੜੇ ਲੀਡਰ ਹੁੰਦੇ ਆ ਉਹਨਾਂ ਦੀ ਰਵਾਇਤੀ ਪਾਰਟੀਆਂ ਨਾਲ ਲੰਮਾ ਸਮਾਂ ਨਿਭਦੀ ਨਹੀਂ। ਕੀ ਕਾਰਨ ਬਣਦਾ ਜਿਹੜੀ ਪਾਰਟੀ ਆ ਲੀਡਰਾਂ ਨਾਲ ਵਫਾ ਨਹੀਂ ਕਰਦੀਆਂ, ਲੀਡਰ ਪਾਰਟੀ ਨਾਲ ਵਫਾ ਨਹੀਂ ਕਰਦਾ?
ਇਹ ਲੀਡਰ ਨਹੀਂ ਕਰਦੇ ਕਿ ਜਦੋਂ ਲੀਡਰ ਐਮਐਲਏ ਵਜ਼ੀਰ ਜਾਂ ਰੂਲਿੰਗ ਪਾਰਟੀ ਦੇ ਬਣ ਜਾਂਦੇ ਆ, ਉਸ ਤੋਂ ਬਾਅਦ ਉਹ ਐਸ਼ ਪ੍ਰਸਤੀ 'ਚ ਤੇ ਆਰਾਮ ਪ੍ਰਸਤੀ 'ਚ ਪੈ ਜਾਂਦੇ ਆ, ਉਹ ਫਿਰ ਕਰੋੜਾਂ ਅਰਬਾਂ ਪਤੀ ਬਣ ਜਾਂਦੇ ਆ। ਤੇ ਜਿਹੜੇ ਵਰਕਰ ਹੁੰਦੇ ਆ ਉਹਨਾਂ ਨੂੰ ਫਿਰ ਇਹ ਦਾਣੇ ਕੱਢਣ ਵਾਲੇ ਸੰਦ ਸਮਝਦੇ ਆ। ਜਿਸ ਤਰ੍ਹਾਂ ਪੁਰਾਣੇ ਬਜ਼ੁਰਗ ਦਾਣੇ ਕੱਢਦੇ ਸੀ ਤੇ ਮੁੜ ਕੇ ਤੰਗਲੀਆਂ ਦਸਾਂਗੇ ਉਹ ਸਾਰੇ ਤੂੜੀ ਵਾਲੇ ਕੋਠੇ ਟੰਗ ਦਿੰਦੇ ਸੀ, ਜਦੋਂ ਫੇਰ ਦਾਣੇ ਕੱਢਣੇ ਸੀ ਉਦੋਂ ਲਾਹ ਲੈਂਦੇ ਸੀ। ਇਹੀ ਹਾਲ ਅੱਜ ਅਕਾਲੀ ਦਲ ਦੇ ਵਰਕਰਾਂ ਦਾ ਹੋਇਆ, ਸੁਖਬੀਰ ਸਿੰਘ ਬਾਦਲ ਤੇ ਮਜੀਠੀਏ ਦੇ ਆਉਣ ਤੋਂ। ਇਹੀ ਹਾਲ ਅੱਜ ਮੈਂ ਦਾਅਵੇ ਨਾਲ ਕਹਿੰਦਾ ਕਾਂਗਰਸ ਦੇ ਪੁਰਾਣੇ ਤੇ ਟਕਸਾਲੀ ਵਰਕਰਾਂ ਦਾ ਬਿਲਕੁਲ ਸੇਮ ਉਹੀ ਹਾਲ ਅੱਜ ਉਹਨਾਂ ਦਾ। ਤਾਂ ਨੰਗਲ ਸਾਹਿਬ, ਇੱਥੇ ਮੈਂ ਹੋਰ ਜਿਹੜਾ ਆ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਤੁਹਾਡੇ ਜਿਹੜੇ ਭਵਿੱਖ ਦੇ ਕਾਰਜ ਆ ਉਹ ਕੀ ਹੋਣਗੇ? ਸਾਡੇ ਜਿਹੜੇ ਭਵਿੱਖ ਦੇ ਕਾਰਜ ਹੈ ਕਿ ਅਸੀਂ ਇਹੀ ਸਾਰੇ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਪੰਥਕ ਸੋਚ ਵਾਲੇ ਪਾਰਟੀਆਂ ਜਿਹੜੀਆਂ ਅਕਾਲੀ ਦਲ 'ਚੋਂ ਵੱਖਰੇ ਹੋਏ ਆ, ਔਰ ਇਹਦੇ ਨਾਲ ਹੋਰ ਪੰਥਕ ਤੈਸ਼ੀ ਜਿਸ ਤਰ੍ਹਾਂ ਸਰਦਾਰ ਖਹਿਰਾ ਸਾਹਿਬ ਹੈ, ਬੈਸ ਬ੍ਰਦਰ ਜਾਂ ਧਰਮਵੀਰ ਗਾਂਧੀ, ਭਾਵੇਂ ਬਹੁਜਨ ਪਾਰਟੀ ਹੈ, ਉਹ ਵੀ ਸਾਰਿਆਂ ਨਾਲ ਗੱਲ ਕਰਕੇ ਇੱਕ ਤੀਜਾ ਮੋਰਚਾ ਬਣਾ ਕੇ ਤੇ ਪੰਜਾਬ ਦੇ ਵਿੱਚ, ਕਿਉਂਕਿ ਅੱਜ ਤੁਸੀਂ 100 ਬੰਦੇ ਨਾਲ ਗੱਲ ਕਰ ਲਓ, 70 ਕਹਿਣਗੇ ਉਹ ਇਕੱਠੇ ਹੋ ਜਾਓ, ਸਰਕਾਰ ਬਣਾ ਦਿਆਂਗੇ, ਪੰਜਾਬ ਬਚਾਓ, ਜਵਾਨੀ ਬਚਾਓ। ਇਹ ਅੱਜ ਲੋਕਾਂ ਦੀਆਂ ਭਾਵਨਾ ਹੈ ਤੇ ਅਸੀਂ ਇਹਦੇ ਵਿੱਚ ਧਰਮ ਨੂੰ ਵੀ ਉਸੇ ਤਰ੍ਹਾਂ ਮਾਨ ਮਰਜ਼ਾਦਾ ਨੂੰ ਕਾਇਮ ਰੱਖਣਾ ਤੇ ਪੰਜਾਬ ਜੋ ਅੱਜ ਨਸ਼ਿਆਂ 'ਚ ਡੁੱਬ ਗਿਆ ਉਹਨੂੰ ਵੀ ਬਚਾਉਣਾ ਤੇ ਆਰਥਿਕ ਤੌਰ 'ਤੇ ਵੀ ਅੱਜ 2.5 ਤੋਂ 3 ਹਜ਼ਾਰ ਲੱਖ ਦੇ ਜਿਹੜਾ ਇਹਦਾ ਉਹਦਾ ਇਹ ਕਰਜ਼ਾਈ ਹੋ ਗਿਆ। ਅੱਜ ਪੰਜਾਬ ਬਿਲਕੁਲ ਇਕਨੋਮਿਕਲ ਤੇ ਥੱਲੇ ਚੱਲਿਆ, ਉਹਨੂੰ ਉੱਚਾ ਚੁੱਕਣ ਵਾਸਤੇ ਇਹ ਸਾਰੀ ਸੋਚ ਹੋਊਗੀ ਜਿਹਦੇ ਵਿੱਚ ਸੂਝਵਾਨ ਸੱਜਣਾਂ ਨੂੰ ਮੂਹਰੇ ਲਾ ਕੇ ਪੂਰਾ ਕੀਤਾ ਜਾਊਗਾ।